welcome back students. Now we will discuss about socially disadvantaged or marginalized people जिन्हां बच्चों ਨੂੰ ਸਮਾਜਿਕ ਤੌਰ ਤੇ ਕਿਸੇ ਤਰ੍ਹਾਂ ਦੀ ਉਹਨਾਂ ਬੱਚਿਆਂ ਵਿੱਚ ਪ੍ਰੋਬਲਮ ਹੈ. We'll talk about those people. These are people who are socially or economically backward sections. ਸਮਾਜਿਕ ਤੌਰ ਤੇ ਜਾਂ ਆਰਥਿਕ ਤੌਰ ਤੇ ਜਿਹੜੇ ਪਿਛੜੇ ਹੋਏ ਵਰਗ ਦੇ ਸਮੁਦਾਇ ਦੇ ਲੋਕ ਨੇ ਜਾਂ ਬੱਚੇ ਨੇ ਜਿਹੜੇ ਕਿ ਸਕੂਲ ਐਜੂਕੇਸ਼ਨ ਤੋਂ ਇਸ ਕਰਕੇ ਕੋਈ ਮੁਨਾਫਾ ਨਹੀਂ ਚੱਕ ਪਾ ਰਹੇ ਕਿਉਂਕਿ ਉਹਨਾਂ ਨੂੰ ਡਿਪਰਾਈਵ ਕੀਤਾ ਗਿਆ. ਇਹਨਾਂ ਬੱਚਿਆਂ ਵਿੱਚ ਜ਼ਿਆਦਾਤਰ ਆਪਾਂ ਦੇਖਿਆ ਗਿਆ ਕਿ ਅਕਾਦਮਿਕ ਤੌਰ ਤੇ ਕਮੀਆਂ ਹੁੰਦੀਆਂ, ਡਰੋਪ ਆਊਟ ਰੇਟ ਬਹੁਤ ਜ਼ਿਆਦਾ ਹੁੰਦਾ ਅਤੇ ਫਿਰ ਇਵੈਂਚੁਅਲੀ ਇਹਨਾਂ ਦੀ ਮਾਨਸਿਕ ਜਿਹੜੀ ਕਾਰਜਸ਼ੀਲਤਾ ਉਹਦੇ ਵਿੱਚ ਵੀ ਕਮੀ ਆਉਂਦੀ ਹੈ. ਸੋ ਬੇਸਿਕਲੀ ਜਦੋਂ ਆਪਾਂ ਸੋਸ਼ਲੀ ਡਿਪਰਾਈਵ ਜਾਂ ਮਾਰਜਨਲਾਈਜੇਸ਼ਨ ਦੀ ਗੱਲ ਕਰੀਏ ਤਾਂ ਇਹ ਕੀ ਹੈ? ਦਿਸ ਇਜ਼ ਅ ਕਾਈਂਡ ਆਫ ਅ ਸੋਸ਼ਲ ਪ੍ਰੋਬਲਮ, ਸਮਾਜਿਕ ਪ੍ਰੋਬਲਮ ਹੈ ਜਾਂ ਸਮਾਜਿਕ ਤੌਰ ਤੇ ਇੱਕ ਸੁਸਾਇਟੀ ਦੀ ਕਮੀ ਹੈ ਜਿਸ ਕਾਰਨ ਕੁਝ ਵਿਅਕਤੀਆਂ ਨੂੰ ਜਾਂ ਗਰੁੱਪ ਨੂੰ ਪੂਰੇ ਨੂੰ ਸਮਾਜ ਤੋਂ ਅੱਡ ਕਰ ਦਿੱਤਾ ਜਾਂਦਾ ਹੈ, ਸਮਾਜ ਦੇ ਫੰਕਸ਼ਨਸ ਤੋਂ, ਸਮਾਜਿਕ ਰਿਸ਼ਤਿਆਂ ਤੋਂ ਵਾਂਝਾ ਕਰ ਦਿੱਤਾ ਜਾਂਦਾ, ਅਲੱਗ ਕਰ ਦਿੱਤਾ ਜਾਂਦਾ, ਰਾਈਟ. ਜਿਸ ਕਾਰਨ ਬੱਚੇ ਜਿਹੜੇ ਜਾਂ ਉਹ ਲੋਕ ਹੈ ਸੋਸਾਇਟੀ ਦੇ ਨੋਰਮਲ ਐਕਟੀਵਿਟੀਜ਼ ਵਿੱਚ ਜਿਹੜੀਆਂ ਆਮ ਤੌਰ 'ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਉਹਨਾਂ ਵਿੱਚ ਆਪਣੀ ਭੂਮਿਕਾ ਨਹੀਂ ਨਿਭਾ ਸਕਦੇ. ਬਹੁਤੀ ਵਾਰ ਇਹਨਾਂ ਲੋਕਾਂ ਨੂੰ ਸਮਾਜਿਕ ਸਟਿਗਮਾ ਜਾਂ ਸਟੀਰੀਓਟਾਈਪਸ ਤੋਂ ਵੀ ਫੇਸ ਕਰਨਾ ਪੈਂਦਾ ਕਿ ਜਿਵੇਂ ਆਪਾਂ ਲੇਬਲ ਹੀ ਕਰ ਦਿੰਦੇ ਹਾਂ ਕਿ ਇਹ ਲੋਕਾਂ ਨਾਲ ਕਿਸੇ ਨੇ ਗੱਲ ਨਹੀਂ ਕਰਨੀ, ਇਹਨਾਂ ਨੂੰ ਸਕੂਲਾਂ 'ਚ ਨਹੀਂ ਆਉਣ ਦੇਣਾ, ਜਾਂ ਸਟੀਰੀਓਟਾਈਪਸ ਹੋ ਜਾਂਦੇ ਨੇ ਵੀ ਇਹਨਾਂ ਨੇ ਪੜ੍ਹ ਲਿਖ ਕੇ ਕੀ ਕਰਨਾ. ਸੋ ਫਿਰ ਲੋਕ ਕੀ ਹੋ ਜਾਂਦੇ ਨੇ? ਮਾਰਜਨਲਾਈਜ਼ਡ ਹੋ ਜਾਂਦੇ ਜਾਂ ਸੋਸ਼ਲੀ ਐਕਸਕਲੂਡਡ ਹੋ ਜਾਂਦੇ ਨੇ. ਇੰਡੀਆ ਦੇ ਵਿੱਚ ਖਾਸ ਕਰਕੇ ਲੋਅਰ ਕਾਸਟ ਦੇ ਲੋਕ, ਨੀਵੇਂ ਵਰਗ ਦੇ ਲੋਕ ਜਾਂ ਐਥਨਿਕ ਗਰੁੱਪਸ ਦੇ ਲੋਕ ਵੀ ਹੈ ਬਹੁਤੇ ਜਿਵੇਂ ਜਿਹੜੇ ਕਿ ਇਸ ਮਾਰਜਨਲਾਈਜੇਸ਼ਨ ਤੋਂ ਸਫਰ ਕਰ ਰਹੇ ਨੇ. ਅਤੇ ਸਾਨੂੰ ਇਹਨਾਂ ਕਰਕੇ ਕੀ ਹੈ ਕਿ ਕਿਉਂਕਿ ਇਹ ਕਦੇ ਵੀ ਸਮਾਜ ਲਈ ਬੇਸਿਕਲੀ ਕਿਉਂ ਆਪਾਂ ਇਹਨਾਂ ਨੂੰ ਮਾਰਜਨਲਾਈਜ਼ ਕਰਦੇ? ਕਿਉਂਕਿ ਆਪਾਂ ਇਹਨਾਂ ਨੂੰ ਕਦੇ ਸਮਾਜ ਦੇ ਲੈਵਲ 'ਤੇ ਕੰਟਰੀਬਿਊਟਰਸ ਹੀ ਨਹੀਂ ਮੰਨਦੇ. ਸਾਨੂੰ ਇਹ ਲੱਗਦਾ ਹੀ ਨਹੀਂ ਕਿ ਕਦੇ ਸਮਾਜ ਦੀ ਪ੍ਰੋਗਰੈਸ ਵਿੱਚ ਕੋਈ ਯੋਗਦਾਨ ਪਾ ਸਕਦੇ ਨੇ. ਨਾ ਸੱਭਿਆਚਾਰ ਦੇ ਪੱਖੋਂ ਵੀ ਅਸੀਂ ਸੋਚਦੇ ਹਾਂ ਵੀ ਇਹਨਾਂ ਦਾ ਕੋਈ ਯੋਗਦਾਨ ਨਹੀਂ ਹੈ, ਜਿਨ੍ਹਾਂ ਰੀਜ਼ਨਸ ਕਰਕੇ ਆਰਥਿਕਤਾ ਦੇ ਤੌਰ 'ਤੇ ਵੀ, ਸਿੱਖਿਆ ਦੇ ਤੌਰ 'ਤੇ, ਸੱਭਿਆਚਾਰਕ ਤੌਰ 'ਤੇ ਇਹਨਾਂ ਨੂੰ ਸੋਸ਼ਲੀ ਆਈਸੋਲੇਟ ਕਰ ਦਿੱਤਾ ਗਿਆ, ਰਾਈਟ. ਸੋ ਉਸੇ ਤਰ੍ਹਾਂ ਤੁਹਾਡੇ ਕੋਲ ਦੂਸਰਾ ਜੋ ਕਲਾਸੀਫਿਕੇਸ਼ਨ ਹੈ ਉਹ ਇਕਨੋਮਿਕਲੀ ਡਿਪਰਾਈਵਡ ਦੀ ਹੈ. ਇਕਨੋਮਿਕਲ ਮਾਰਜਨਲਾਈਜੇਸ਼ਨ ਦਾ ਮਤਲਬ ਹੈ ਜਦੋਂ ਅਸੀਂ ਕਿਸੇ ਇਨਸਾਨ ਨੂੰ ਦੇਸ਼ ਦੀ ਆਰਥਿਕਤਾ ਵਿੱਚ ਸੋਚਦੇ ਹਾਂ, ਆਰਥਿਕਤਾ ਦੇ ਸੰਦਰਭ ਵਿੱਚ ਸੋਚਦੇ ਹਾਂ ਕਿ ਕੋਈ ਫਾਇਦੇ ਦਾ ਨਹੀਂ ਹੈ. ਇਕਨੋਮਿਕ ਮਾਰਜਨਲਾਈਜੇਸ਼ਨ ਮਤਲਬ ਇਕਨੋਮਿਕ ਕੰਟਰੀਬਿਊਸ਼ਨ ਦੇ ਪੁਆਇੰਟ ਆਫ ਵਿਊ ਨਾਲ ਕਿ ਦੇਸ਼ ਦੀ ਗਰੋਥ ਦੇ ਵਿੱਚ ਜਾਂ ਦੇਸ਼ ਦੀ ਆਰਥਿਕ ਸਥਿਤੀ ਦੇ ਵਿੱਚ ਉਹਨਾਂ ਦਾ ਜੋ ਯੋਗਦਾਨ ਹੈ ਉਹਨੂੰ ਅਸੀਂ ਉਹਨਾਂ ਨੂੰ ਸਾਈਡ 'ਤੇ ਰੱਖ ਲੈਂਦੇ ਵੀ ਇਹ ਸਾਡੀ ਦੇਸ਼ ਦੀ ਆਰਥਿਕਤਾ ਵਿੱਚ ਕੋਈ ਅਹਿਮ ਯੋਗਦਾਨ ਨਹੀਂ ਨਿਭਾ ਰਹੇ. ਸੋ ਇਹਨਾਂ ਨੂੰ ਦੇਸ਼ ਦੀ ਬਾਕੀ ਇਕੋਨਮੀ ਤੋਂ ਅਲੱਗ ਕਰ ਦਿੱਤਾ ਜਾਂਦਾ, ਰਾਈਟ. ਸੋ ਇਹਦੇ 'ਚ ਕਿਉਂ? ਬੇਸਿਕਲੀ ਅਗੇਨ ਜਿਹੜਾ ਗਰੀਬ ਵਰਗ ਹੈ ਉਹ ਇਸ ਦੇ ਵਿੱਚ ਸ਼ਾਮਲ ਹੋ ਜਾਂਦਾ. ਸੋ ਇਸ ਲਈ ਜਦੋਂ ਦੇਸ਼ ਦੀ ਇਕਨੋਮਿਕ ਗਰੋਥ ਦੀਆਂ ਸਕੀਮਸ ਬਣਦੀਆਂ ਨੇ ਤਾਂ ਇਹਨਾਂ ਲੋਕਾਂ ਲਈ ਕੋਈ ਸਕੀਮ ਨਹੀਂ ਬਣਦੀ ਕਿਉਂਕਿ ਐਂ ਲੱਗਦਾ ਵੀ ਇਹਨਾਂ ਲਈ ਜਾਂ ਤੁਸੀਂ ਜਿਵੇਂ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ, ਦੋ ਨਾਟ ਵੈਰੀ ਗੁੱਡ ਕਾਈਂਡ ਆਫ ਐਨ ਐਗਜ਼ਾਮਪਲ. ਡੂ ਯੂ ਥਿੰਕ ਕਿ ਆਪਾਂ ਕਦੇ ਕਿਸੇ ਸੁਸਾਇਟੀ ਦੇ ਹਾਈ ਸੈਕਸ਼ਨ ਨੂੰ ਬੈਠ ਕੇ ਉਹਨਾਂ ਦੇ ਉੱਤੇ ਕੈਮੀਕਲ ਸੈਨੀਟਾਈਜ਼ਰ ਛਿੜਕ ਸਕਦੇ ਹਾਂ? ਨੈਵਰ ਐਵਰ ਕਦੇ ਹੋਊਗਾ. ਬਟ ਕਿਉਂਕਿ ਇੱਕ ਇਨਸਾਨ ਗਰੀਬ ਹੈ ਤਾਂ ਸਾਨੂੰ ਸ਼ਾਇਦ ਐਂ ਲੱਗਣ ਲੱਗ ਜਾਂਦਾ ਵੀ ਇਹਨੂੰ ਕੀ ਫਰਕ ਪੈਂਦਾ. ਸੋ ਉੱਥੇ ਜਦੋਂ ਆਪਾਂ ਗਰੀਬਾਂ ਨੂੰ, ਦੇਸ਼ ਦੇ ਗਰੀਬ ਲੋਕਾਂ ਨੂੰ ਦੇਸ਼ ਦੀ ਆਰਥਿਕ ਸਥਿਤੀ ਦੇ ਵਿੱਚ ਤੋਂ ਬਾਹਰ ਕਰ ਦਿੰਦੇ ਹਾਂ ਜਾਂ ਇਹ ਮੰਨ ਕੇ ਚੱਲਦੇ ਕਿ ਸਾਡੀ ਆਰਥਿਕ ਗਰੋਥ ਵਿੱਚ ਕੋਈ ਕੰਟਰੀਬਿਊਸ਼ਨ ਨਹੀਂ ਕਰ ਸਕਦੇ, ਉਸ ਨੂੰ ਆਪਾਂ ਇਕਨੋਮਿਕ ਮਾਰਜਨਲਾਈਜੇਸ਼ਨ ਕਹਿੰਦੇ ਹਾਂ. ਦੈਨ ਤੁਹਾਡੇ ਕੋਲ ਇੱਕ ਪੋਲੀਟੀਕਲੀ ਵੀ ਮਾਰਜਨਲਾਈਜ਼ ਹੋ ਜਾਂਦੇ ਨੇ ਜਦੋਂ ਆਪਾਂ ਕੁਝ ਵਰਗ ਨੂੰ ਜਿਹੜਾ ਹੈ ਕਿ ਦੇਸ਼ ਦੀ ਪੋਲੀਟੀਕਲ ਡੈਮੋਕ੍ਰੇਸੀ ਦੇ ਵਿੱਚ ਜਾਂ ਫੈਸਲੇ ਲੈਣ ਦੀ ਪ੍ਰਕਿਰਿਆ ਦੇ ਵਿੱਚ, ਚਾਹੇ ਉਹ ਸਮਾਜਿਕ ਹੋਵੇ, ਆਰਥਿਕਤਾ ਦੇ ਹੋਣ, ਚਾਹੇ ਰਾਜਨੀਤਿਕ ਫਾਇਦੇ ਹੋਣ, ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਕੋਈ ਰੋਲ ਪਲੇ ਕਰਨ ਨਹੀਂ ਦਿੰਦੇ. ਜਿਵੇਂ ਇਹਦੇ ਵਿੱਚ ਨੋਰਮਲੀ ਵੂਮਨ ਹੈ, ਜਿਵੇਂ ਆਪਾਂ ਕਹੀਏ ਕਿ ਵੋਟ ਪਾਉਣੀ ਵੂਮਨ ਦਾ ਕੋਈ ਅਖਤਿਆਰ ਨਹੀਂ, ਜਿੱਥੇ ਉਹਦੇ ਹਸਬੈਂਡ ਨੇ ਕਿਹਾ ਉੱਥੇ ਹੀ ਵੋਟ ਪਾ ਦਿੰਦੇ. ਸੋ ਆਪਾਂ ਉਹਨੂੰ ਪੋਲੀਟੀਕਲੀ ਡਿਪਰਾਈਵ ਕਰਤਾ. ਉਹਦਾ ਜੋ ਆਪਣਾ ਹੱਕ ਸੀਗਾ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੋਟ ਪਾਵੇ, ਅਸੀਂ ਉਹ ਨਹੀਂ ਪਾਉਣ ਦਿੰਦੇ. ਉਸੇ ਤਰ੍ਹਾਂ ਐਥਨਿਕ ਮਾਈਨੋਰਟੀਜ਼ ਵੀ ਨੇ ਜਿਨ੍ਹਾਂ ਦੀ ਜਨਸੰਖਿਆ ਕੋਈ ਬਹੁਤ ਜ਼ਿਆਦਾ ਨਹੀਂ ਹੈ ਤਾਂ ਨੇਤਾ ਨੂੰ ਵੀ ਲੱਗਦਾ ਕਿ ਜੇ 100-200 ਨੇ ਤਾਂ 100-200 ਵੋਟ ਨਾਲ ਮੈਨੂੰ ਕੋਈ ਇੰਨਾ ਫਰਕ ਨਹੀਂ ਪੈਂਦਾ, ਉਹਨਾਂ ਲਈ ਵੀ ਕਦੇ ਕੋਈ ਪੋਲਿਸੀਜ਼ ਨਹੀਂ ਬਣਦੀਆਂ. ਉਸੇ ਤਰ੍ਹਾਂ ਮਾਈਗਰੈਂਟਸ ਨੇ ਜਿਨ੍ਹਾਂ ਦਾ ਕੋਲ ਕੋਈ ਵੋਟ ਹੀ ਨਹੀਂ ਹੈ. ਜੇ ਮੈਂ ਇੱਕ ਜਗ੍ਹਾ 'ਤੇ ਨਵੀਂ ਜਗ੍ਹਾ ਜਾ ਕੇ ਸਪੋਜ਼ ਦਿੱਲੀ ਦੇ ਵਿੱਚ ਵਸਦਾ ਅਤੇ ਮੇਰੀ ਵੋਟ ਪੰਜਾਬ ਵਿੱਚ ਹੋਵੇ ਜਾਂ ਹਾਲੇ ਮੇਰੀ ਨਵੀਂ ਵੋਟ ਬਣੀ ਹੋ ਨਾ ਹੋਵੇ ਤਾਂ ਦਿੱਲੀ ਦੀ ਜਿਹੜੀ ਪੋਲੀਟੀਕਲ ਸਿਸਟਮ ਹੈ ਉਹ ਮੇਰੇ ਨੂੰ ਕੋਈ ਇੰਪੋਰਟੈਂਸ ਹੀ ਨਹੀਂ ਦਿੰਦੀ. ਰੀਜ਼ਨਸ ਵੀ ਉਹਨਾਂ ਦਾ ਇਹ ਨਿਕਲਿਆ ਸਾਨੂੰ ਵੋਟ ਪਾਉਣੀ ਹੈ. ਉਸ ਤਰ੍ਹਾਂ ਮਾਈਗਰੈਂਟਸ ਦੀ ਵੀ ਇਹ ਪ੍ਰੋਬਲਮ ਹੈ ਜਾਂ ਡਿਸੇਬਲਡ ਅਤੇ ਬਜ਼ੁਰਗਾਂ ਦੀ, ਰਾਈਟ. ਸੋ ਨੈਕਸਟ ਆਪਾਂ ਗੱਲ ਕਰਾਂਗੇ, ਇਹ ਤਿੰਨੋਂ ਸੀਗੇ ਮਾਰਜਨਲਾਈਜ਼ਡ ਲੋਕ. ਸੋ ਮਾਰਜਨਲਾਈਜ਼ਡ ਆਪਣੇ ਕੋਲ ਤਿੰਨ ਤਰ੍ਹਾਂ ਨੇ, ਸੋਸ਼ਲੀ, ਇਕਨੋਮਿਕਲੀ ਐਂਡ ਪੋਲੀਟੀਕਲੀ. ਉਸ ਤੋਂ ਇਲਾਵਾ ਸਾਡੇ ਕੋਲ ਇੱਕ ਘੱਟ ਗਿਣਤੀ ਵਰਗ ਜਿਹਨੂੰ ਆਪਾਂ ਮਾਈਨੋਰਟੀਜ਼ ਕਹਿੰਦੇ ਹਾਂ. ਮਾਈਨੋਰਟੀਜ਼ ਉਹ ਲੋਕ ਹੈ ਜਿਨ੍ਹਾਂ ਦੀ ਸੋਸ਼ਲ, ਇਕਨੋਮਿਕ ਅਤੇ ਪੋਲੀਟੀਕਲ ਪਾਵਰ ਦੇ ਵਿੱਚ ਕੋਈ ਬਹੁਤ ਵੱਡਾ ਸ਼ੇਅਰ ਉਹਨਾਂ ਨੂੰ ਨਹੀਂ ਦਿੱਤਾ ਗਿਆ, ਰਾਈਟ, ਸੋਸ਼ੋਲੋਜੀ ਦੇ ਪੁਆਇੰਟ ਆਫ ਵਿਊ ਨਾਲ. ਜੇ ਆਪਾਂ ਅਦਰਵਾਈਜ਼ ਦੇਖੀਏ ਤਾਂ ਆਕਸਫੋਰਡ ਡਿਕਸ਼ਨਰੀ ਮਾਈਨੋਰਟੀ ਨੂੰ ਡਿਫਾਈਨ ਕਰਦੀ ਹੈ ਕਿ ਇਟ ਇਜ਼ ਅ ਸਮੋਲਰ ਨੰਬਰ ਔਰ ਪਾਰਟ ਸਪੈਸ਼ਲੀ ਰਿਪਰੈਜ਼ੈਂਟਿੰਗ ਲੈਸ ਦੈਨ ਹਾਫ ਆਫ ਦੀ ਹੋਲ. ਅੱਧੇ ਤੋਂ ਜੇ ਘੱਟ ਰਿਪਰੈਜ਼ੈਂਟ ਹੋਵੇ, ਜਿਵੇਂ ਜੇ ਆਪਾਂ ਕਹੀਏ ਕਿ ਮੇਰੇ ਇੱਕ ਦੇਸ਼ ਦੀ ਪੋਪੂਲੇਸ਼ਨ 100 ਹੈ, ਕੋਈ ਵੀ ਐਸਾ ਵਰਗ ਜਿਹਦੀ ਪੋਪੂਲੇਸ਼ਨ 50 ਤੋਂ ਘੱਟ ਹੈ ਉਹ ਮਾਈਨੋਰਟੀ 'ਚ ਆ ਜਾਏਗਾ, ਰਾਈਟ.
सो जिवें अपने को UN ह्यूमन राइट कमीशन ने 1946 ਵਿੱਚ डिफाइन किया कि नॉन डोमीनेंट ग्रुप इन अ पॉपूलेशन एक यह जिहा ग्रुप है पॉपूलेशन में जिहड़ा डोमीनेंट तो नहीं है, मेजोरिटी नहीं है, बट उसके बावजूद वो अपनी धार्मिक भाषा नाल संबंधित ते एथनिक पहचान नूं बरकरार रखना चाहुंदा है। एंड इस करके वो अपनी दूजी पॉपूलेशन तो रेस्ट पॉपूलेशन तो अड्ड हो जाता है। जिवें आपां कहीए कि आपां सिक्स की गल करिए तो पूरे इंडिया की पॉपूलेशन जे आपां देखिए तो वी आर माइनॉरिटीज़ इन स्पाइट ऑफ दैट कि असीं माइनॉरिटी हाँ, वी डोंट वॉन्ट टू लिव लाइफ लाइक हिंदूज़। सानूं लगदा कि असीं अपनी सिखिज़म की जिहड़ी आइडेंटिटी है उसनूं भी बरकरार रखांगे, पंजाबी भी बोलांगे ते अपने पिछोकड़ नूं सभ्याचार नूं भी संभाल के रखांगे, then we become a minority, right। इंडिया ਦੇ ਵਿੱਚ ਨੈਸ਼ਨਲ ਕਮਿਸ਼ਨ 2007 ਦੇ ਵਿੱਚ ਬਿਠਾਇਆ ਗਿਆ ਸੀ, ਜਿਸ ਨੇ ਦੋ ਤਰ੍ਹਾਂ ਦੀਆਂ ਮਾਈਨੋਰਟੀਜ਼ ਇੰਡੀਆ ਦੇ ਵਿੱਚ ਆਈਡੈਂਟੀਫਾਈ ਕੀਤੀਆਂ, ਇੱਕ ਭਾਸ਼ਾ ਦੇ ਰਿਲੇਸ਼ਨ ਦੇ ਨਾਲ, ਇੱਕ ਧਰਮ ਦੇ ਰਿਲੇਸ਼ਨ ਨਾਲ। ਧਰਮ ਦੇ ਲੈਵਲ ਤੇ ਆਪਾਂ ਇਹਨਾਂ ਸਾਰੀਆਂ ਕਮਿਊਨਿਟੀਜ਼ ਨੂੰ, ਮੁਸਲਿਮਸ ਨੂੰ, ਕ੍ਰਿਸਚਨਸ ਨੂੰ, ਸਿੱਖਸ, ਬੁੱਧਿਸਟ, ਪਾਰਸੀਜ਼ ਤੇ ਜੈਨੀਜ਼ ਨੇ ਜਿਹੜੇ ਉਹ ਰਿਲੀਜੀਅਸ ਮਾਈਨੋਰਟੀਜ਼ ਚਲਾਏ ਗਏ ਨੇ। ਲਿੰਗੁਇਸਟਿਕ ਮਾਈਨੋਰਟੀ ਤੇ ਅਸੀਂ ਕੋਈ ਬਹੁਤ ਜ਼ਿਆਦਾ ਨੈਸ਼ਨਲ ਲੈਵਲ ਤੇ ਇਹ ਮੰਨ ਕੇ ਚੱਲਦੇ ਹਾਂ ਕਿ ਨੈਸ਼ਨਲ ਲੈਵਲ ਤੇ नहीं डिसाइड किया जाऊगा, क्योंकि अपने को इंडिया की कोई स्टेट लैंग्वेज नहीं है, नैशनल लैंग्वेज नहीं है, इस करके उस लैवल ते तो नहीं डिसाइड किया जाऊगा, पर स्टेट अपने लैवल ते डिसाइड करूगी कि एक स्टेट दे विच जिहड़ियां भाषावां या उपभाषावां बोलियां जांदियां ने उहदे पੱਧਰ ते किहड़े लोग हैं जिन्हां दी भाषा है वो घट गिनती विच आ गई है, राइट। सो लिंगुइस्टिक माइनॉरिटीज़ विच की आंदा है, स्पीकर्स ऑफ माइनर लैंग्वेज जिहड़ियां लैंग्वेज 8वें शेड्यूल दे विच नहीं शामिल है कॉन्स्टिट्यूशन दे, जे कोई बंदा उस लैंग्वेज ਨੂੰ बोल रहा दैन इट इज़ लिंगुइस्टिक माइनॉरिटीज़। तो थोड़ा होमवर्क है देखना कि शेड्यूल 8 ऑफ कॉन्स्टिट्यूशन किहड़ियां भाषा ने, राइट। स्पीकर्स ऑफ मेजर लैंग्वेजेस हु बिकम माइनॉरिटीज़ एज अ रिजल्ट ऑफ माइग्रेशन, जिवें सपोज तेलुगु माइग्रेंट्स हैं, तेलुगु अपने आप विच इज़ नॉट अ माइनॉरिटी लैंग्वेज, पर जे तेलुगु बोलने वाले लोग करनाटका विच शिफ्ट हो जाते हैं तो करनाटका विच जाके वो लिंगुइस्टिक माइनॉरिटी बन जाते हैं, राइट। सो जिवें आपां जे कहिए कि सपोज फॉर एग्जाम्पल आपां जाके जे राजस्थान में शिफ्ट हो जाइए तो राजस्थान पंजाबी बोलने वाले पंजाबी तो वैसे ही माइनॉरिटी लैंग्वेज है, बट अदरवाइज जे मन्निए कि पंजाबी पंजाब दे विच माइनॉरिटी लैंग्वेज नहीं है, राइट। बट जदों आपां पंजाब दे विचों माइग्रेट करनाटका चले जावांगे तो उत्थे जाके आपां लिंगुइस्टिक माइनॉरिटी च बन जाएंगे। स्पीकर्स बिलोंगिंग टू शेड्यूल कास्ट एंड ट्राइब्स जिहड़ियां एसटीज़ हैं, जिवें गोंधी संथली ट्राइब के लोग ने, वो एसटीज़ भी हैं, एसटीज़ भी हैं, बट इस दे नाल जिहड़ी भाषा वो बोलते हैं वो भी माइनॉरिटी विच है। उस तो इलावा रिलीजियस माइनॉरिटीज़ जिवें उर्दू स्पीकिंग मुस्लिम्स, पूरे इंडिया में जिथे भी मुस्लिम्स जो उर्दू बोलते हैं तो लिंगुइस्टिक माइनॉरिटीज़ जाएंगे। दैन लिंगुइस्टिक माइनॉरिटीज़ हु स्पीक मेजर लैंग्वेज, बोलते तो मेजर लैंग्वेज जिवें आपां कहिए जे आपां पंजाबीज़ हाँ तो हिंदी बोलण लग जाइए, भाषा तो असीं मेजर दी बोल रहे हैं, बट साडी इस करके माइनॉरिटी है क्योंकि साडी जिहड़ी स्ट्रेंथ है, नंबर ऑफ पीपल है साडे वो घट है, राइट। तो जिवें फॉर एग्जाम्पल स्पीकर्स ऑफ सिंधी, कश्मीरीज़, सो सिंधी एंड कश्मीरीज़ एंड वी डोंट हैव मैनी पीपल हु स्पीक सिंधी, then it is a minority। and finally any ethnic minority जिवें एंग्लो इंडियंस जिन्होंने लगता है कि उन्होंने नेटिव लैंग्वेज इंग्लिश है, हिंदी नहीं है, दे आर ऑल्सो लिंगुइस्टिक माइनॉरिटी। ये अपनी कॉन्स्टिट्यूशन दे विच डिफाइन कीतियां हुई ने कि हु ऑल आर लिंगुइस्टिक माइनॉरिटीज़। दैन इन्हों के इंटरस्ट किवें प्रोटैक्ट करते हैं, आपां की करते हैं देखने लई कि सॉरी इन्हों के जिहड़े इंटरस्ट्स हैं उन्होंने किवें प्रोटैक्ट किया जा रहा है, राइट। ये मैं थोड़ा डिटेल्स इसलिए करवाया बिकॉज जनरली लैस कवर्ड होंगे, बहुत ही सानू पता नहीं होंगे। एनी सैक्शन ऑफ द सिटीजन रिजाइडिंग इन द टेरिटरी ऑफ इंडिया और एनी पार्ट देयर ऑफ हैज़ अ डिस्टिंक्ट लैंगुएज स्क्रिप्ट कल्चर ऑफ इट्स ओन शैल हैव राइट टू कंजर्व द सेम। सो असी अपनी भाषा नू, भाषा की जी अपनी लिपि है या साडा सभ्याचार है उसनू बचा के रखने का सानू पूरा हक है। किसी भी सिटीजन नू किसी भी सिक्खक संस्थावां दे विच जिसनू स्टेट तो या स्टेट फंड्स तो ग्रांट मिलती होवे, धर्म के, कास्ट के, लैंगुएज के या किसी भी आधार पर एडमिशन डिनाई नहीं हो। सो प्राइवेट इंस्टीट्यूट तो कर सकता है बट स्टेट इंस्टीट्यूट या स्टेट एडिड इंस्टीट्यूट्स वो नहीं कर सकते। सो क्योंकि प्राइवेट के की होंगे कि बिकॉज जिन्हों पर गौरमेंट जिन्होंने फंड नहीं दे रही, बहुती बार गौरमेंट के कुछ रूल्स उन्होंने लागू नहीं होंगे, पर किसी भी हालत में किसी सरकारी स्कूल में या सरकार तो जिन्होंने स्कूल में ग्रांट मिलती होवे उस स्कूल में धर्म, रेस, कास्ट ते लैंगुएज के आधार पर किसी बच्चे को सिक्ख्या लई मनाही नहीं हो। फिर अपने को उस तो बाद आर्टिकल 30 है कॉन्स्टिट्यूशन का। आर्टिकल 30 की कहता है गौरमेंट के प्लान जिहड़ा गौरमेंट का कोई प्लान लैंगुएज सॉरी एजुकेशन के लिए बनाया गया उस विच किसी भी तरह का भेदभाव नहीं होगा। रिलीजियस ते लिंगुइस्टिक माइनॉरिटी दे लोग हैं जिहड़े उन्होंने ये हक है कि वो अपनी एजुकेशन अपने लैंगुएज भी देन। सो इफ जे मैं सिख हाँ, इफ़ आई हैव अ स्कूल जे मैं बनानी है तो मेरा ये हक है कि आई कैन कीप मीडियम ऑफ इंस्ट्रक्शन पंजाबी, राइट। सो इस आर्टिकल करके लिंगुइस्टिक जी माइनॉरिटीज़ हैं वो स्टेट एड भी लै सकदियां ने जे वो अपनी किसी सपोज यू आर नॉट तुसी एक स्कूल स्थापित कर दो
ਪਰ ਤੁਸੀਂ ਉਸ ਸਕੂਲ ਨੂੰ ਵਧੀਆ ਢੰਗ ਨਾਲ ਨਹੀਂ ਚਲਾ ਪਾ ਰਹੇ, ਦੈਨ ਤੁਸੀਂ ਉਸ ਸਕੂਲ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਇੱਕ ਸਟੇਟ ਤੋਂ ਫੰਡ ਹੈ ਜਿਹੜਾ ਉਹ ਲੈ ਸਕਦੇ ਹੋ, ਰਾਈਟ। ਸੋ ਤੁਸੀਂ ਆਪਣੇ ਇੰਸਟੀਟਿਊਟ ਵੀ ਸਥਾਪਿਤ ਕਰ ਸਕਦੇ ਹੋ। ਇੰਡੀਆ ਦੇ ਵਿੱਚ ਵੈਸੇ ਆਪਾਂ ਧਰਮ ਦੇ ਆਧਾਰ 'ਤੇ ਇੰਸਟੀਟਿਊਸ਼ਨਸ ਨਹੀਂ ਸਥਾਪਿਤ ਕਰ ਸਕਦੇ, ਬਟ ਮਾਈਨੋਰਟੀਜ਼ ਕਰ ਸਕਦੇ ਹਾਂ। ਲਾਈਕ ਯੂ ਕੈਨ ਨਾਟ ਹੈਵ ਅ ਹਿੰਦੂ ਇੰਸਟੀਟਿਊਟ, ਬਟ ਮਾਈਨੋਰਟੀਜ਼ ਜਿਹੜੀਆਂ ਵੀ ਕੈਨ ਹੈਵ ਅ ਇੰਸਟੀਟਿਊਟ ਜਿਸ 'ਚ ਅਸੀਂ ਸਿੱਖ ਇੰਸਟੀਟਿਊਟ ਹੋਵੇ ਅਤੇ ਸਿੱਖਾਂ ਲਈ ਅਸੀਂ ਰਿਜ਼ਰਵੇਸ਼ਨ ਵੀ ਕੀਤੀ ਹੋਵੇ, ਦਿਸ ਵੀ ਕੈਨ ਡੂ, ਰਾਈਟ। ਉਸੇ ਤਰ੍ਹਾਂ ਆਰਟੀਕਲ ਫਿਰ 347 ਹੈ ਜਿਹੜਾ ਕਿ ਲਿੰਗੁਇਸਟਿਕ ਮਾਈਨੋਰਟੀਜ਼ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਕਿ ਜੇ ਸਪੋਜ਼ ਲਿੰਗੁਇਸਟਿਕ ਮਾਈਨੋਰਟੀਜ਼ ਵੱਲੋਂ ਕੋਈ ਵੀ ਡਿਮਾਂਡ ਪੁੱਟ ਅਪ ਕੀਤੀ ਜਾਂਦੀ ਹੈ ਤਾਂ ਪ੍ਰੈਜ਼ੀਡੈਂਟ ਉਸ ਸਟੇਟ ਦੇ ਨੁਮਾਇੰਦੇ ਨੂੰ ਬੁਲਾ ਕੇ ਉਹਨਾਂ ਦੀ ਭਾਸ਼ਾ ਨੂੰ ਕੋ ਓਫੀਸ਼ੀਅਲ ਲੈਂਗੁਏਜ ਬਣਵਾ ਸਕਦਾ। ਜਿਵੇਂ ਆਪਾਂ ਕਹਿੰਦੇ ਕਿ ਸਪੋਜ਼ ਜੋ ਆਪਾਂ ਅੱਜ ਕੱਲ੍ਹ ਪੰਜਾਬੀ ਨੂੰ ਲੈ ਕੇ ਇੱਕ ਮੁਹਿੰਮ ਚਲਾਈ ਹੋਈ ਸੀ ਕਿ ਜਿੱਥੇ ਵੀ ਪੰਜਾਬ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਇੰਗਲਿਸ਼ ਦੇ ਨਾਲ ਪੰਜਾਬੀ ਲਿਖੀ ਜਾਵੇ। ਸੋ ਜੇ ਕੋਈ ਲਿੰਗੁਇਸਟਿਕ ਮਾਈਨੋਰਟੀ ਦਾ ਨੁਮਾਇੰਦਾ ਪ੍ਰੈਜ਼ੀਡੈਂਟ ਆਰਟੀਕਲ 347 ਦੇ ਅਧੀਨ ਪ੍ਰੈਜ਼ੀਡੈਂਟ ਤੋਂ ਇਹ ਚੀਜ਼ ਕਰਵਾ ਸਕਦਾ ਹੈ ਕਿ ਜਿਸ ਸਟੇਟ ਵਿੱਚ ਉਹ ਰਹਿੰਦਾ ਹੋਵੇ ਉਸ ਸਟੇਟ ਵਿੱਚ ਉਸ ਦੀ ਮਾਈਨੋਰਟੀ ਭਾਸ਼ਾ ਨੂੰ ਕੋ ਓਫੀਸ਼ੀਅਲ ਲੈਂਗੁਏਜ ਵੱਲੋਂ ਕੀਤਾ ਜਾਵੇ। ਬਟ ਇਸ ਦੇ ਵਿੱਚ ਇੱਕ ਪ੍ਰੋਬਲਮ ਇਹ ਹੈ ਕਿ ਕਿੰਨੇ ਪ੍ਰਪੋਰਸ਼ਨ 'ਚ ਇਸ ਚੀਜ਼ ਨੂੰ ਪਰਿਭਾਸ਼ਿਤ ਨਹੀਂ ਕੀਤਾ। The article declares that minority language can be used for official purposes. So ਤੁਸੀਂ ਪੰਜਾਬੀ ਵਿੱਚ ਆਪਣੀਆਂ language ਲਿਖ ਸਕਦੇ ਹੋ। So if I write a language to the PM of the country, I can write it in Punjabi, right? Special provision relating to language spoken by section of the population of a state on a demand being made in the behalf of president, right? If he is satisfied कि ਇੱਕ ਸਟੇਟ ਵਿੱਚ ਕਾਫੀ ਹੱਦ ਤੱਕ ਲੋਕ ਨੇ ਜਿਹੜੇ ਉਸ ਭਾਸ਼ਾ ਨੂੰ ਬੋਲਦੇ ਨੇ ਤਾਂ ਉਸ ਭਾਸ਼ਾ ਨੂੰ ਕੋ ਓਫੀਸ਼ੀਅਲ ਲੈਂਗੁਏਜ ਬਣਵਾ ਸਕਦੇ, ਰਾਈਟ। ਉਸੇ ਤਰ੍ਹਾਂ ਆਪਣੇ ਕੋਲ ਆਰਟੀਕਲ 350 ਹੈ। ਆਰਟੀਕਲ 350 ਕੀ ਕਹਿੰਦੇ, ਲੈਂਗੁਏਜ ਜਿਹੜੀ ਭਾਸ਼ਾ ਕਿਸੇ ਦੇ ਦੁੱਖ ਦਰਦ ਨੂੰ ਰਿਪਰੈਜ਼ੈਂਟ ਕਰਨ ਲਈ ਯੂਜ਼ ਕੀਤੀ ਜਾਵੇ। ਸੋ ਇਹ ਆਰਟੀਕਲ ਇਹ ਕਹਿੰਦਾ ਕਿ ਲਿੰਗੁਇਸਟਿਕ ਮਾਈਨੋਰਟੀਜ਼ ਨੂੰ ਇਹ ਹੱਕ ਹੈ ਕਿ ਉਹ ਆਪਣੀ ਭਾਸ਼ਾ ਵਿੱਚ ਆਪਣੇ ਦੁੱਖ ਜਾਂ ਦਰਦ ਆਪਣੀ ਸਰਕਾਰ ਨੂੰ ਲਿਖ ਕੇ ਦੱਸ ਸਕਦੇ ਆ, ਰਾਈਟ। ਕਿਉਂਕਿ ਮੈਨੀ ਟਾਈਮ ਜੇ ਤੁਸੀਂ ਇੱਕ ਚਿੱਠੀ ਇੰਗਲਿਸ਼ ਲਿਖਣੀ ਹੁੰਦੀ ਹੈ ਤਾਂ ਮੇਬੀ ਤੁਸੀਂ ਉਨੀ ਵਧੀਆ ਤਰ੍ਹਾਂ ਨਹੀਂ ਲਿਖ ਪਾਉਂਦੇ, ਬਟ ਯੂ ਕੈਨ ਰਾਈਟ ਅ ਲੈਟਰ ਇਨ ਬੈਟਰ ਵੇ ਇਨ ਪੰਜਾਬੀ। ਸੋ ਮੇਰੇ ਕੋਲ ਮੈਂ ਜੇ ਸਟੇਟ ਨੂੰ ਜਾਂ ਯੂਨੀਅਨ ਨੂੰ ਆਪਣੀ ਕੋਈ ਦੁੱਖ ਜਾਂ ਦਰਦ ਦੀ ਰਿਪਰੈਜ਼ੈਂਟੇਸ਼ਨ ਦੇਣੀ ਹੈ, ਆਪਣੀਆਂ ਪ੍ਰੋਬਲਮਸ ਦੀ ਰਿਪਰੈਜ਼ੈਂਟੇਸ਼ਨ ਦੇਣੀ ਹੈ, ਉਹ ਆਪਣੀ ਮਾਈਨਰ ਲੈਂਗੁਏਜ ਵਿੱਚ ਦੇ ਸਕਦੀ ਹੈ, ਰਾਈਟ। 350A ਸੀ। 350A ਕੀ ਕਹਿੰਦਾ ਹੈ, ਇਹ ਆਪਣੀ ਐਜੂਕੇਸ਼ਨ ਨਾਲ ਇੰਪੋਰਟੈਂਟ ਹੈ ਕਿ ਪ੍ਰਾਇਮਰੀ ਸਟੇਜ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹ ਮਦਰ ਲੈਂਗੁਏਜ ਵਿੱਚ ਦਿੱਤੀ ਜਾਵੇ। ਸੋ ਹਰ ਸਟੇਟ ਇਹ ਯਕੀਨੀ ਬਣਾਏਗਾ ਕਿ ਪ੍ਰਾਇਮਰੀ ਐਜੂਕੇਸ਼ਨ ਬੱਚੇ ਦੀ ਮਾਂ ਭਾਸ਼ਾ ਵਿੱਚ ਦਿੱਤੀ ਜਾਵੇ, ਰਾਈਟ। ਆਰਟੀਕਲ ਇਹਦਾ B ਪਾਰਟ ਕੀ ਕਹਿੰਦਾ ਹੈ ਕਿ ਦੇਅਰ ਹੈਜ਼ ਟੂ ਬੀ ਐਨ ਆਫਿਸਰ ਫॉर ਲਿੰਗੁਇਸਟਿਕ ਮਾਈਨੋਰਟੀ, ਇੱਕ ਨੁਮਾਇੰਦਾ ਜਾਂ ਇੱਕ ਆਫਿਸਰ ਅਪੋਇੰਟ ਕੀਤਾ ਜਾਵੇ ਪ੍ਰੈਜ਼ੀਡੈਂਟ ਵੱਲੋਂ ਜੋ ਕਿ ਲਿੰਗੁਇਸਟਿਕ ਮਾਈਨੋਰਟੀਜ਼ ਨਾਲ ਸੰਬੰਧਿਤ ਮੁੱਦਿਆਂ ਨੂੰ ਐਡਰੈਸ ਕਰੇਗਾ ਅਤੇ ਯਕੀਨੀ ਬਣਾਏਗਾ ਕਿ ਲੋਕਾਂ ਦੀ ਭਾਸ਼ਾ ਦੇ ਲੈਵਲ 'ਤੇ ਜਾਂ ਉਹਨਾਂ ਦੀ ਭਾਸ਼ਾ ਨੂੰ ਸੰਭਾਲਿਆ ਜਾਵੇ ਔਰ ਇਹ ਸਮੇਂ-ਸਮੇਂ 'ਤੇ ਪ੍ਰੈਜ਼ੀਡੈਂਟ ਨੂੰ ਮਿਲਦੇ ਰਹਿਣਗੇ ਅਤੇ ਆਪਣੀ ਰਿਪੋਰਟ ਦਿੰਦੇ ਰਹਿਣਗੇ, ਰਾਈਟ। ਉਸ ਤੋਂ ਇਲਾਵਾ ਪ੍ਰਾਈਮ ਮਿਨਿਸਟਰ ਵੱਲੋਂ ਜਾਂ ਗੌਰਮੈਂਟ ਵੱਲੋਂ 15 ਪੁਆਇੰਟ ਪ੍ਰੋਗਰਾਮ ਐਜੂਕੇਸ਼ਨ ਨੂੰ ਲੈ ਕੇ ਮਾਈਨੋਰਟੀਜ਼ ਦੀ ਜੋ ਲਾਗੂ ਕੀਤਾ ਗਿਆ, ਜਿਸ ਵਿੱਚ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਵਿੱਚ ਇਕੁਇਟੇਬਲ ਅਵੇਲੇਬਿਲਿਟੀ ਹੋਊਗੀ ਕਿ ਜਿਹੜੀ ਇਸ ਪ੍ਰੋਗਰਾਮ ਦੇ ਅਧੀਨ ਕੋਈ ਵੀ ਸਕੀਮ ਚਲਾਈ ਜਾਊਗੀ ਉਹ ਲਿੰਗੁਇਸਟਿਕ ਮਾਈਨੋਰਟੀਜ਼ ਨੂੰ ਵੀ ਮੁਖਤਿਆਰ ਕਰਵਾਈ ਜਾਊਗੀ। ਸਕੂਲ ਐਜੂਕੇਸ਼ਨ ਦੀ ਜਿਹੜੀ ਅਸੈਸ ਹੈ ਉਹ ਵਧਾਈ ਜਾਊਗੀ ਉਰਦੂ ਪੜ੍ਹਾਉਣ, ਕਿਉਂਕਿ ਉਰਦੂ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਸੀਗੀ ਤਾਂ ਉਰਦੂ ਪੜ੍ਹਾਉਣ ਲਈ ਗ੍ਰੇਟਰ ਰਿਸੋਰਸਿਸ ਦਿੱਤੇ ਜਾਣਗੇ। ਮਦਰਸਾ ਦੀ ਐਜੂਕੇਸ਼ਨ, ਕਿਉਂਕਿ ਮੁਸਲਿਮਸ ਆਪਣੇ ਸਕੂਲਸ ਆਪ ਚਲਾਉਂਦੇ, ਉਹਦੀ ਐਜੂਕੇਸ਼ਨ ਨੂੰ ਮਾਡਰਨਾਈਜ਼ ਕੀਤਾ ਜਾਊਗਾ। ਮੈਰੀਟੋਰੀਅਸ ਸਟੂਡੈਂਟਸ ਨੂੰ ਸਕਾਲਰਸ਼ਿਪਸ ਦਿੱਤੀਆਂ ਜਾਣਗੀਆਂ। ਮੌਲਾਨਾ ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਹੈ ਜੋ ਆਪਣੀ ਮਾਈਨੋਰਟੀਜ਼ ਦੇ ਨਾਲ ਦੀ ਐਜੂਕੇਸ਼ਨ ਨਾਲ ਡੀਲ ਕਰਦਾ, ਉਹਦੇ ਇਨਫਰਾਸਟਰਕਚਰ ਨੂੰ ਮਜ਼ਬੂਤ ਕੀਤਾ ਜਾਊ। ਸੈਲਫ ਇੰਪਲੋਇਮੈਂਟ ਦੀ ਗੱਲ ਦਿੱਤੀ ਜਾਊਗੀ। ਜਿੰਨੇ ਵੀ ਸਕਿੱਲ ਟੈਕਨੀਕਲ ਟ੍ਰੇਨਿੰਗ ਹੈ ਮਾਈਨੋਰਟੀਜ਼ ਨੂੰ ਪ੍ਰੋਵਾਈਡ ਕੀਤੀ ਜਾਊ ਤਾਂ ਜੋ ਉਹ ਅੱਗੇ ਜਾ ਕੇ ਸੈਲਫ ਸਸਟੇਨਿੰਗ ਹੋ ਸਕਣ। ਉਹਨਾਂ ਨੂੰ ਜੇ ਕੋਈ ਆਰਥਿਕ ਗਤੀਵਿਧੀ ਲਈ ਜਿਹੜਾ ਉਧਾਰ ਦੇਣ ਦੀ ਸਪੋਰਟ ਹੈ ਉਹ ਕੀਤੀ ਜਾਏਗੀ। ਸੈਂਟਰਲ ਸਟੇਟ ਸਰਵਿਸਿਜ਼ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਰੂਰਲ ਹਾਊਸਿੰਗ ਸਕੀਮ ਵਿੱਚ ਸ਼ੇਅਰ ਦਿੱਤੇ ਜਾਣਗੇ, ਮਤਲਬ ਰਿਜ਼ਰਵ ਕੀਤੀਆਂ ਜਾਣਗੀਆਂ ਕੁਛ ਘਰਾਂ ਦੀ ਕੁਛ ਨੰਬਰ ਰਿਜ਼ਰਵ ਕੀਤਾ ਜਾਊਗਾ। ਸਲਮਸ ਵਿੱਚ ਜਾਂ ਏਰੀਆਜ਼ ਜਿਹਦੇ ਵਿੱਚ ਮਾਈਨੋਰਟੀਜ਼ ਰਹਿੰਦੇ ਨੇ ਉਹਦੇ ਰਹਿਣ ਸਹਿਣ ਦੇ ਕੰਡੀਸ਼ਨ ਨੂੰ ਸੁਧਾਰਿਆ ਜਾਊਗਾ। ਕਿਸੇ ਵੀ ਤਰ੍ਹਾਂ ਦਾ ਜਿਹੜਾ ਆਪਣੇ ਕੀ ਕਹਿੰਦੇ ਨੇ ਧਰਮ ਨੂੰ ਲੈ ਕੇ ਦੰਗੇ ਆ ਉਹ ਘਟਾਏ ਜਾਣਗੇ ਜਾਂ ਮਾਈਨੋਰਟੀਜ਼ 'ਤੇ ਦੰਗੇ ਘਟਾਏ ਜਾਣਗੇ। ਅਤੇ ਜੇ ਕੋਈ ਉਹਨਾਂ ਦੇ ਇਸ ਤਰ੍ਹਾਂ ਦਾ ਓਫੈਂਸ ਹੁੰਦਾ ਹੈ, ਕਮਿਊਨਲ ਰਾਈਟ ਹੈ ਜੋ ਭਾਸ਼ਾ ਨੂੰ ਲੈ ਕੇ ਜਾਂ ਧਰਮ ਨੂੰ ਲੈ ਕੇ ਹੋਇਆ, ਉੱਥੇ ਜਿਹੜਾ ਬੰਦਾ ਉਸ ਇਹੋ ਜਿਹੀ ਓਫੈਂਸ ਕਰੇਗਾ ਉਹਦੀ ਕਾਰਵਾਈ ਕੀਤੀ ਜਾਊਗੀ। ਅਤੇ ਜੇ ਕਮਿਊਨਲ ਰਾਈਟਸ ਹੋਏ ਨੇ ਤਾਂ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਵਸਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਹੋਏਗੀ, ਰਾਈਟ। ਉਸ ਤੋਂ ਇਲਾਵਾ ਆਪਣੇ ਕੋਲ ਸਰਵ ਸਿੱਖਿਆ ਅਭਿਆਨ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ, ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਗਰਲਸ ਲਈ ਚਲਾਈ ਗਈ ਸਕੀਮ ਹੈ ਜਿਸ ਦੇ ਵਿੱਚ ਆਪਾਂ ਮਾਈਨੋਰਟੀਜ਼ ਨੂੰ ਵੀ ਐਡਰੈਸ ਕਰਦੇ ਹਾਂ। ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮਸ ਹੈ ਜਿਹਦੇ ਵਿੱਚ ਆਂਗਣਵਾੜੀ ਦੇ ਥਰੂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਗਈਆਂ। ਇਹ ਮਾਈਨੋਰਟੀਜ਼ ਲਈ ਸਪੈਸ਼ਲ ਪ੍ਰੋਵੀਜ਼ਨਸ ਹੈ ਇਹਨਾਂ ਸਕੀਮਸ ਵਿੱਚ।
ਉਸ ਤੋਂ ਇਲਾਵਾ ਆਪਣੇ ਕੋਲ ਸਕੋਲਰਸ਼ਿਪਸ ਹੈ, ਜਿਵੇਂ ਪ੍ਰੀ ਮੈਟ੍ਰਿਕ 10ਵੀਂ ਤੋਂ ਪਹਿਲਾਂ 10ਵੀਂ ਤੋਂ ਬਾਅਦ ਵਾਲੀ ਮੈਰਿਟ ਕਮ ਮੀਨ ਸਕੋਲਰਸ਼ਿਪ ਹੈ। ਫਿਰ ਆਪਣੇ ਕੋਲ ਨਿਆ ਸਵੇਰਾ ਸਕੀਮ ਹੈ, ਜਿਹਦੇ ਵਿੱਚ ਆਪਾਂ ਫ੍ਰੀ ਕੋਚਿੰਗ ਦਿੰਦੇ ਹਾਂ ਅੰਡਰ ਫॉर ਆਲ ਕੰਪੀਟੀਟਿਵ ਐਗਜ਼ਾਮਸ ਫॉर ਮਾਈਨੋਰਿਟੀਜ਼। ਸਾਇੰਸ ਸਕੀਮ ਦੇ ਵਿੱਚ ਮੈਰੀਟੋਰੀਅਸ ਸਟੂਡੈਂਟਸ ਨੂੰ ਕੋਚਿੰਗ ਦੇਣ ਦੇ ਵੀ ਆਪਣੇ ਕੋਲ ਸਕੀਮਸ ਹੈ। ਫਿਰ ਨਈ ਉਡਾਨ ਹੈ, ਜਿਹਦੇ ਵਿੱਚ UPSC ਲਈ ਜਾਂ IAS ਲਈ ਕੋਚਿੰਗ ਦਿੱਤੀ ਜਾਂਦੀ ਹੈ। ਫਿਰ ਪੜ੍ਹੋ ਪ੍ਰਦੇਸ਼, ਜਿਸ 'ਚ ਆਪਾਂ ਓਵਰਸੀਜ਼, ਜਿਹੜੀ ਮੈਂ ਤੁਹਾਨੂੰ ਇੱਕ ਵਾਰ ਸ਼ਾਇਦ ਪਹਿਲਾਂ ਤੁਹਾਡੀ ਕਲਾਸ ਜਾਂ ਤੁਹਾਡੀ ਜੂਨੀਅਰਸ ਦੀ ਕਲਾਸ ਵਿੱਚ ਗੱਲ ਕਰੀ ਸੀ, ਦਿਸ ਇਜ਼ ਅ ਸਕੀਮ ਜੇ ਤੁਸੀਂ ਬਾਹਰ ਫੋਰਨ ਕੰਟਰੀਜ਼ ਪੜ੍ਹਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਨੂੰ ਸਬਸਿਡੀ ਮਿਲਦੀ ਹੈ ਲੋਨ ਦੇ ਉੱਤੇ। ਮੌਲਾਨਾ ਆਜ਼ਾਦ ਸਕੋਲਰਸ਼ਿਪ ਹੈ, ਜੋ ਸਿਰਫ ਮਾਈਨੋਰਟੀਜ਼ ਲਈ ਹੈ। ਸੋ ਸਿੱਖ ਸਟੂਡੈਂਟਸ, ਜੈਨੀਜ਼, ਮੁਸਲਿਮਸ, ਬੁੱਧਿਸਟ ਉਹੀ ਇਸ ਨੂੰ ਅਪਲਾਈ ਕਰ ਸਕਦੇ। ਉਸੇ ਤਰ੍ਹਾਂ ਮੌਲਾਨਾ ਆਜ਼ਾਦ ਐਜੂਕੇਸ਼ਨ ਫਾਊਂਡੇਸ਼ਨ ਵੀ ਸਥਾਪਿਤ ਕੀਤਾ ਗਿਆ। UGC ਵੱਲੋਂ ਵੀ ਸਪੈਸ਼ਲ ਸਕੀਮ ਸੈਂਟਰਲ ਯੂਨੀਵਰਸਿਟੀ 'ਚ ਮਾਈਨੋਰਟੀ ਕਮਿਊਨਿਟੀਜ਼ ਲਈ ਚਲਾਈਆਂ ਗਈਆਂ, ਜਿਵੇਂ ਆਪਣੇ ਕੋਲੇ ਇਹਨਾਂ ਨੇ ਲਿਖੀਆਂ ਹੋਈਆਂ ਨੇ ਸੈਂਟਰ ਫॉर ਪ੍ਰੋਫੈਸ਼ਨਲ ਡਿਵੈਲਪਮੈਂਟ ਆਫ ਉਰਦੂ ਮੀਡੀਅਮ ਟੀਚਰਸ, ਕਿਉਂਕਿ ਮੈਨੀ ਟਾਈਮ ਸਾਡੇ ਕੋਲ ਟੀਚਰਸ ਵੀ ਨਹੀਂ ਹੁੰਦੇ ਜੋ ਉਰਦੂ 'ਚ ਪੜ੍ਹਾ ਸਕਣ, ਤਾਂ ਉਹਨਾਂ ਨੂੰ ਉਹਨਾਂ ਦੇ ਪ੍ਰੋਫੈਸ਼ਨਲ ਡਿਵੈਲਪਮੈਂਟ ਲਈ ਸੈਂਟਰ ਸਟੈਪ ਕੀਤੇ ਨੇ। ਰੈਜ਼ੀਡੈਂਸ਼ੀਅਲ ਕੋਚਿੰਗ ਇੰਸਟੀਟਿਊਟਸ ਕੀਤੀਆਂ ਨੇ ਮਾਈਨੋਰਟੀਜ਼ ਲਈ, ਜਿੱਥੇ ਉਹ ਰਹਿਣਗੇ ਵੀ ਅਤੇ ਉਹਨਾਂ ਨੂੰ ਕੋਚਿੰਗ ਦਿੱਤੀ ਜਾਊ ਹਰ ਸੈਂਟਰਲ ਯੂਨੀਵਰਸਿਟੀ ਵਿੱਚ। 4 ਸੈਂਟਰਲ 'ਚ ਕੀਤਾ। ਸੈਟੇਲਾਈਟ ਕੈਂਪਸ ਨੇ, ਸੈਟੇਲਾਈਟ ਕੈਂਪਸ ਦਾ ਮਤਲਬ ਹੈ ਕਿ ਜਿਵੇਂ ਕਈ ਵਾਰ ਮਾਈਨੋਰਟੀਜ਼ ਆਪਾਂ ਇਹ ਸਿਲੇਬਸ ਵੀ ਹੈਗਾ ਜਿਓਗ੍ਰਾਫਿਕਲੀ ਇਨਹੈਬਿਟਡ ਏਰੀਆਜ਼, ਕਈ ਵਾਰ ਉੱਥੇ ਰਹਿੰਦੇ ਨੇ ਜਿੱਥੇ ਉਹਨਾਂ ਦਾ ਟੈਰਨ ਬਹੁਤ ਮੁਸ਼ਕਿਲ ਹੈ, ਉੱਥੋਂ ਆ ਜਾ ਨਹੀਂ ਸਕਦੇ, ਸੋ ਉਹਨਾਂ ਲਈ ਔਨਲਾਈਨ ਕਲਾਸਿਸ ਥਰੂ ਸੈਟੇਲਾਈਟ ਪ੍ਰੋਵਾਈਡ ਕੀਤੀ ਗਈ, ਖਾਸ ਕਰਕੇ ਅਰੈਬਿਕ ਅਤੇ ਪਰਸ਼ੀਅਨ ਵਿੱਚ। 2 ਕੈਂਪਸ ਅਲੀਗੜ੍ਹ ਯੂਨੀਵਰਸਿਟੀ ਦੇ ਇਸਟੈਬਲਿਸ਼ ਕੀਤੇ ਗਏ ਨੇ। ਮਾਡਰਨ ਸਕੂਲਸ ਹੈ, ITIs ਹੈ, B.Ed ਕਾਲਜਿਸ ਹੈ ਅੰਡਰ ਮੌਲਾਨਾ ਆਜ਼ਾਦ ਉਰਦੂ ਯੂਨੀਵਰਸਿਟੀ ਸਥਾਪਿਤ ਕੀਤੇ ਗਏ ਨੇ UGC ਵੱਲੋਂ, ਰਾਈਟ। ਉਸ ਤੋਂ ਇਲਾਵਾ ਆਪਣੇ ਕੋਲ ਕੋਚਿੰਗ ਦੀਆਂ ਸਕੀਮਸ ਨੇ। ਇਹ ਸਕੀਮਸ ਹੈ ਜਿਹੜੀਆਂ ਮਾਈਨੋਰਟੀਜ਼ ਬੱਚੇ ਇਹ 'ਚ ਆਪਣਾ ਬੈਨੀਫਿਟ ਜਾਂ SC STs ਐਂਡ SC ਵੂਮਨਸ ਲੈ ਸਕਦੇ ਨੇ। ਰੀਜ਼ਨਸ ਕੀ ਹੈ ਇਹਨਾਂ ਦੇ, ਕਿਉਂ ਲੋਕ ਡਿਪਰਾਈਵ ਹੋ ਜਾਂਦੇ ਨੇ ਜਾਂ ਮਾਰਜਨਲਾਈਜ਼ ਹੋ ਜਾਂਦੇ ਨੇ, ਜਾਂ ਕਿਉਂ ਮਾਈਨੋਰਟੀਜ਼ ਵੀ ਮਾਰਜਨਲਾਈਜ਼ਡ ਹੋ ਜਾਂਦੇ ਨੇ। ਆਪਾਂ ਇਹ ਨਹੀਂ ਕਹਿੰਦੇ ਕਿ ਮਾਈਨੋਰਟੀਜ਼ ਨਹੀਂ ਹੈ, ਮਾਈਨੋਰਟੀਜ਼ ਵੀ ਹੈ। ਇਹ ਕਿਉਂ ਹੋ ਜਾਂਦੇ ਨੇ? ਸਭ ਤੋਂ ਪਹਿਲਾਂ ਐਕਸਕਲੂਜਨ ਹੈ, ਕਿ ਨੋਰਮਲੀ ਆਪਾਂ ਜਿਹੜੀ ਮੈਜੋਰਟੀ ਆ ਉਹ ਇਹਨਾਂ ਨੂੰ ਬਾਹਰ ਕੱਢ ਦਿੰਦੀ ਹੈ, ਕਿਉਂਕਿ ਇਹ ਪਹਿਲਾਂ ਹੀ ਘੱਟ ਨੇ ਗਿਣਤੀ ਵਿੱਚ, ਐਂਡ ਜਿਹੜੀ ਮੈਜੋਰਟੀ ਹੈ ਉਹ ਇਹਨਾਂ ਨੂੰ ਬੋਲਣ ਦੇ ਮੌਕੇ ਨਹੀਂ ਦਿੰਦੀ। ਫਿਰ ਗਲੋਬਲਾਈਜੇਸ਼ਨ ਨਾਲ ਵੀ ਹੋ ਗਿਆ, ਕਿਉਂਕਿ ਵਿਸ਼ਵੀਕਰਨ ਜ਼ਿਆਦਾ ਹੋਣ ਦੇ ਨਾਲ ਜਿਹੜਾ ਵਿਸ਼ਵੀਕਰਨ ਦਾ ਪ੍ਰਭਾਵ ਹੈ ਉਹਨੇ ਅਮੀਰ ਨੂੰ ਹੋਰ ਅਮੀਰ ਬਣਾਤਾ, ਸਟਰੋਂਗ ਨੂੰ ਹੋਰ ਸਟਰੋਂਗ ਬਣਾਤਾ, ਅਤੇ ਜਿਹੜਾ ਗਰੀਬ ਸੀ ਜਾਂ ਮਾਰਜਨਲਾਈਜ਼ ਸੀ ਉਹ ਹੋਰ ਜ਼ਿਆਦਾ ਮਾਰਜਨਲਾਈਜ਼ਡ ਹੋ ਗਿਆ। ਉਸ ਨਾਲ ਜਿਹੜੀ ਇੱਕ ਇੰਬੈਲੈਂਸ ਹੈ ਉਹ ਕ੍ਰੀਏਟ ਹੋ ਗਿਆ। ਫਿਰ ਡਿਸਪਲੇਸਮੈਂਟ ਹੈ, ਬਹੁਤੀ ਵਾਰ ਇਹ ਲੋਕ ਟਰਾਈਬਲ, ਪੂਅਰ ਜਾਂ ਵੀਕਰ ਸੈਕਸ਼ਨ ਨੂੰ ਬਿਲੋਂਗ ਕਰਦੇ ਨੇ, ਇਸ ਲਈ ਬਹੁਤੀ ਵਾਰ ਆਪਣੇ ਮੂਲ ਜਗ੍ਹਾਵਾਂ ਤੋਂ ਉੱਥੋਂ ਕਿਸੇ ਵੀ ਦੰਗਿਆਂ ਕਾਰਨ ਜਾਂ ਅਦਰਵਾਈਜ਼ ਡਿਸਪਲੇਸ ਹੋ ਜਾਂਦੇ। ਜਿਵੇਂ ਆਪਾਂ ਕਸ਼ਮੀਰੀ ਪੰਡਿਤਸ ਦੀ ਗੱਲ ਕਰੀਏ ਤਾਂ ਕਸ਼ਮੀਰੀ ਪੰਡਿਤਸ ਮਾਈਨੋਰਟੀ ਸੀਗੇ ਕਸ਼ਮੀਰ 'ਚ, ਤਾਂ ਦੇ ਹੈਡ ਟੂ ਮਾਈਗ੍ਰੇਟ। ਜਾਂ ਸਿੱਖਸ ਦੀ ਗੱਲ ਕਰੀਏ, ਸਿੱਖ ਵੀ ਬਹੁਤ ਮਾਈਗ੍ਰੇਟ ਹੋਏ ਨੇ ਦੰਗਿਆਂ ਤੋਂ ਬਾਅਦ। ਸੋ ਉਹਨਾਂ ਮਾਈਗ੍ਰੇਸ਼ਨ ਦੇ ਵਿੱਚ ਜਦੋਂ ਬੰਦਾ ਨਵੀਂ ਜਗ੍ਹਾ ਜਾ ਕੇ ਵੱਸਦਾ, ਉਹਨੂੰ ਫਿਰ ਸਾਰੀ ਪ੍ਰੋਬਲਮ ਦੁਬਾਰਾ ਮੁਸ਼ਕਿਲ ਹੋ ਜਾਂਦੀ ਹੈ। ਉਸ ਤੋਂ ਇਲਾਵਾ ਡਿਜ਼ਾਸਟਰਸ ਹੈ, ਚਾਹੇ ਨੈਚੁਰਲ ਹੋਣ ਜਾਂ ਮੈਨ ਮੇਡ ਹੋਣ, ਜਿਵੇਂ ਅਰਥਕੁਏਕਸ ਹੈ, ਵਲਕੈਨਿਕ ਇਰਪਸ਼ਨਸ ਹੋਣ, ਆਈਸ ਸਟਰੋਮਸ ਹੈ, ਐਨੀ ਕਾਈਂਡ ਆਫ ਡਿਜ਼ਾਸਟਰ ਹੈ। ਜਦੋਂ ਆਪਾਂ ਦੇਖੀਏ ਜਿਹੜਾ ਬੰਦਾ ਪਹਿਲਾਂ ਹੀ ਗਰੀਬ ਆ, ਪਹਿਲਾਂ ਹੀ ਸੋਸ਼ਲੀ ਐਕਸਕਲੂਡਡ ਆ, ਉਹਨੂੰ ਇਹ ਡਿਜ਼ਾਸਟਰ ਵੱਧ ਇਫੈਕਟ ਕਰਦੇ ਨੇ। ਹੁਣ ਜਿਵੇਂ ਕੋਵਿਡ ਵਾਇਰਸ ਦਾ ਜ਼ਿਆਦਾ ਇਫੈਕਟ ਕਿਤੇ ਹੋ ਰਿਹਾ ਹੈ, ਆਪਣੇ ਮਾਈਗਰੈਂਟ ਲੇਬਰ 'ਤੇ ਹੋ ਰਿਹਾ, ਉਹਨਾਂ ਨੂੰ ਕਿੰਨਾ ਤੁਰ ਕੇ ਘਰ ਨੂੰ ਵਾਪਸ ਜਾਣਾ ਪਿਆ। ਆਪਾਂ ਤਾਂ ਆਪਣੇ ਘਰ 'ਚ ਬੈਠੇ ਹਾਂ ਠੀਕ ਤਰ੍ਹਾਂ, ਸੋ ਭਾਵੇਂ ਵਾਇਰਸ ਤਾਂ ਸਾਰਿਆਂ ਲਈ ਉਹ ਆਇਆ, ਬਟ ਉਹਨੇ ਇਫੈਕਟ ਕਿਹਨੂੰ ਜ਼ਿਆਦਾ ਕੀਤਾ, ਜੋ ਪਹਿਲਾਂ ਹੀ ਡਿਸਪਲੇਸਡ ਸੀ ਜਾਂ ਪਹਿਲਾਂ ਹੀ ਪੂਅਰ ਉਸ ਨੂੰ ਬਿਲੋਂਗ ਕਰਦਾ। ਸੋ ਇਹ ਫਰਦਰ ਉਹਨਾਂ ਦੀਆਂ ਪ੍ਰੋਬਲਮਸ ਨੂੰ ਵਧਾ ਦਿੰਦਾ, ਰਾਈਟ। ਉਸ ਤੋਂ ਇਲਾਵਾ ਸੋਸ਼ਲ ਵੀ ਹੈ, ਜਿਵੇਂ ਸਪੋਜ਼ ਮੈਨੀ ਅ ਟਾਈਮ ਸੋਸ਼ਲ ਇੰਸੀਡੈਂਟਸ ਵੀ ਹੋ ਸਕਦੇ ਨੇ, ਐਨੀ ਕਾਈਂਡ ਆਫ ਬੋਮਬਿੰਗ ਜਾਂ ਹੌਸਟੇਜਿਸ ਜਾਂ ਲੈਣਾ ਜਾਂ ਸ਼ੂਟਿੰਗ ਜਾਂ ਟੈਰਰਿਜ਼ਮ ਵੀ ਇਹਨਾਂ ਸੈਕਸ਼ਨਸ ਵਿੱਚ ਜ਼ਿਆਦਾ ਹੈ। ਮੋਸਟ ਵਨਰੇਬਲ ਗਰੁੱਪਸ ਕਿਹੜੇ ਆ ਆਪਣੇ ਕੋਲ? ਵੂਮੈਨ ਸਭ ਤੋਂ ਜ਼ਿਆਦਾ ਵਨਰੇਬਲ ਹੈ, ਜਿਹੜੀ ਮਰਜ਼ੀ ਕਾਸਟ ਨੂੰ ਬਿਲੋਂਗ ਕਰਦੇ ਹੋ। ਜਿਵੇਂ ਇਫ ਯੂ ਆਰ ਅ ਵੂਮਨ ਐਂਡ ਯੂ ਬਿਲੋਂਗ ਟੂ ਲੋਅਰ ਕਾਸਟ ਤਾਂ ਐਡੀਸ਼ਨਲ ਪ੍ਰੋਬਲਮ ਹੈ, ਬਟ ਅਦਰਵਾਈਜ਼ ਵੂਮੈਨ ਹੈ ਜਿਹੜਾ ਉਹ ਹਰ ਜਗ੍ਹਾ 'ਤੇ ਡਿਪਰਾਈਵ ਰਹੀ ਹੈ। ਦੈਨ ਪੀਪਲ ਵਿਦ ਡਿਸੇਬਿਲਿਟੀਜ਼, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਚੈਲੰਜ ਹੈ, ਜਾਂ ਬਜ਼ੁਰਗ ਐਲਡਰਲੀ ਪੀਪਲ ਵੀ ਮਾਰਜਨਲਾਈਜ਼ਡ ਰਹਿੰਦੇ ਨੇ, ਜਾਂ ਐਥਨਿਕ ਮਾਈਨੋਰਟੀਜ਼ ਹੈ, ਜੋ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਜਿਨ੍ਹਾਂ ਦੀ ਭਾਸ਼ਾ ਜਾਂ ਧਰਮ ਮਾਈਨੋਰਟੀਜ਼ ਵਿੱਚ ਹੈ। ਫਿਰ ਸਪੈਸੀਫਿਕ ਕਾਸਟ ਗਰੁੱਪਸ ਹੈ, ਜਿਵੇਂ ਦਲਿਤਸ ਹੈ ਜਿਹੜੇ, ਉਹ ਬਹੁਤ ਜ਼ਿਆਦਾ ਲਿਟਰੇਸੀ ਰੇਟ ਦਲਿਤਸ ਵਿੱਚ ਲੋ ਸੀਗਾ, ਉਹਨਾਂ ਦੇ ਰਹਿਣ ਸਹਿਣ ਦੀਆਂ ਕੰਡੀਸ਼ਨਸ ਵੀ ਲੋ ਹੈ। ਇਹਨਾਂ ਰੀਜ਼ਨਸ ਨਾਲ ਇਹ ਵੀ ਐਕਸਕਲੂਡਡ ਰਹੇ ਹੈ। ਫਿਰ STs ਜੋ ਸ਼ਡਿਊਲਡ ਟਰਾਈਬਸ ਹੈ, 84.3 ਮਿਲੀਅਨ ਹੈ ਇੰਡੀਆ ਦੇ ਵਿੱਚ ਪੋਪੂਲੇਸ਼ਨ, ਐਂਡ ਦੈਨ ਦੇ ਆਰ ਸੋਸ਼ਲੀ ਅਤੇ ਇਕਨੋਮਿਕਲੀ ਡਿਸਐਡਵਾਂਟੇਜ। ਦੇ ਆਰ ਲੈਂਡਲੈਸ ਪੀਪਲ, ਇਹਨਾਂ ਕੋਲ ਕੋਈ ਰਿਸੋਰਸ ਨਹੀਂ ਹੈ, ਔਰ ਜਿੱਥੇ ਰਹਿੰਦੇ ਨੇ ਉਹ ਇਲਾਕੇ ਵੀ ਜਿਹੜੇ ਨੋਰਮਲ ਆਪਣੀ ਸਿਟੀਜ਼ ਤੋਂ ਕਾਫੀ ਦੂਰ ਹੈ, ਰਾਈਟ। ਸੋ ਐਜੂਕੇਸ਼ਨ ਨਾਲ ਰਿਲੇਟਡ ਜੋ ਪ੍ਰੋਬਲਮਸ ਹੈ ਤੁਸੀਂ ਇੱਕ ਵਾਰ ਗੋ ਥਰੂ ਕਰ ਲਿਓ, ਕਿ ਬੇਸਿਕਲੀ ਕਿਉਂਕਿ ਇਹਨਾਂ ਬੱਚਿਆਂ ਵਿੱਚ ਪਾਵਰਟੀ ਵੀ ਜ਼ਿਆਦਾ, ਫਿਰ ਕਈ ਵਾਰ ਪਾਵਰਟੀ ਹੋਣ ਕਰਕੇ ਡਿਸੇਬਿਲਿਟੀ ਵੀ ਉੱਥੇ ਜ਼ਿਆਦਾ ਹੋ ਜਾਂਦੀ ਹੈ, ਇਸ ਲਈ ਸਾਈਮਲਟੇਨੀਅਸ ਡੈਪਰੀਵੇਸ਼ਨ ਹੈ, ਨਾ ਪੈਸਾ ਹੈ ਉੱਪਰੋਂ ਡਿਸੇਬਿਲਿਟੀ ਵੀ ਹੈ। 2 ਫੈਕਟਰਸ ਹੈ ਜੋ ਰੋਲ ਪਲੇ ਕਰਦੇ ਨੇ। ਉਸ ਤੋਂ ਇਲਾਵਾ ਸਾਡੇ ਐਟੀਟਿਊਡਸ ਇਸ ਤਰ੍ਹਾਂ ਦੇ ਵੀ ਹੋ ਜਾਂਦੇ ਨੇ ਵੀ ਇਹਨਾਂ ਨੂੰ ਪੜ੍ਹਾ ਕੇ ਕੀ ਕਰਨਾ। ਜਿਵੇਂ ਸਪੋਜ਼ ਤੁਸੀਂ
ਨੋਰਮਲੀ ਜੇ ਹੁਣ ਪੰਜਾਬੀ 'ਚ ਬੋਲਦੇ ਹੋ ਤਾਂ ਲੋਕ ਕਹਿੰਦੇ ਪੰਜਾਬੀ ਵਾਲਾ ਤਾਂ ਨਲਾਇਕ ਹੀ ਹੋਣਾ, ਸੋ ਸਾਡਾ ਐਟੀਟਿਊਡ ਇਸ ਤਰ੍ਹਾਂ ਦਾ ਹੋ ਜਾਂਦਾ ਹੈ। ਜਾਂ ਜਿਵੇਂ ਨੋਰਮਲੀ ਮੈਨੀ ਟਾਈਮਸ ਹਿੰਦੂਜ਼ ਦੇ ਵਿੱਚ ਇਹ ਬਿਲੀਫ ਹੁੰਦਾ ਕਿ ਜਿਹੜੀ ਡਿਸੇਬਿਲਿਟੀ ਉਹ ਤਾਂ ਕਰਮ ਦੇ ਨਤੀਜਿਆਂ ਤੋਂ, ਜਿਹਦਾ ਕਰਮ ਹੀ ਮਾੜੇ ਆ ਅਤੇ ਡਿਸੇਬਲਡ ਹੋ ਗਿਆ ਉਹਨੂੰ ਪੜ੍ਹਾ ਕੇ ਕੀ ਕਰਨਾ ਹੈ। ਸੱਚ ਕਾਈਂਡ ਆਫ ਐਟੀਟਿਊਡਸ ਹੈ ਜੋ ਸਾਡੀ ਉਹਨਾਂ ਦੇ ਪੜ੍ਹਾਈ ਦੇ ਵਿੱਚ ਇੱਕ ਰੁਕਾਵਟ ਬਣਦੇ ਨੇ। ਉਸ ਤੋਂ ਇਲਾਵਾ ਨੋਰਮਲੀ ਜਿਹੜੇ ਪੇਰੈਂਟਸ ਹੈ, ਜਿਵੇਂ ਸਪੋਜ਼ ਹੁਣ ਤੁਸੀਂ ਵੀ, ਜਿਵੇਂ ਤੁਹਾਨੂੰ ਦੱਸਿਆ ਮੇ ਬੀ ਦੇ ਮਰਸ ਵੀ ਮੈਨੀ ਪੀਪਲ ਜਿਨ੍ਹਾਂ ਨੂੰ ਕਾਫੀ ਸਕੀਮਸ ਹੈ ਜੋ ਸਕੋਲਰਸ਼ਿਪਸ ਦੀ ਉਹਨਾਂ ਬਾਰੇ ਪਤਾ ਹੀ ਨਹੀਂ ਹੁੰਦਾ। ਸੋ ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਗੌਰਮੈਂਟ ਨੇ ਸਕੀਮਸ ਚਲਾਈਆਂ ਨੇ ਜਿਸ ਦੇ ਅੰਡਰ ਅਸੀਂ ਡਿਸੇਬਲ ਦਾ ਜਾਂ ਜੇ ਮਾਈਨੋਰਟੀ ਦੇ ਵਿੱਚ ਆ ਅਸੀਂ ਫਾਇਦਾ ਚੱਕ ਸਕਦੇ ਹਾਂ, ਉਹ ਵੀ ਵਨ ਰੀਜ਼ਨ ਹੈ ਰਾਈਟ। ਐਡੂਕੇਟ ਲੈਵਲ ਆਫ ਟ੍ਰੇਨਿੰਗ ਨਹੀਂ ਹੈ ਟੀਚਰਸ ਕੋਲ ਵੀ ਨਹੀਂ ਹੈ, ਉਹ ਸੈਂਸਿਟੀਵਿਟੀ ਨਹੀਂ ਹੈ ਟੀਚਰਸ ਦੇ ਵਿੱਚ ਵੀ ਕਿ ਉਹ ਸਲਮਸ ਵਿੱਚ ਜਾਣ। ਜੇ ਮੈਂ ਸਲਮ 'ਚ ਜਾ ਕੇ ਮੂੰਹ 'ਤੇ ਨੱਕ 'ਤੇ ਹੱਥ ਰੱਖ ਕੇ ਪੁੱਛਣਾ ਹੈ ਕਿਤਨੇ ਬੱਚੇ ਹੈ ਪੜ੍ਹਨੇ ਵਾਲੇ, ਤਾਂ ਓਬਵੀਅਸਲੀ ਬੱਚੇ ਮੇਰੇ ਕੋਈ ਆਏਗਾ ਪੜ੍ਹਨ ਲਈ। ਸੋ ਜਿਹੜੀ ਸਾਡੀ ਸੈਂਸਿਟੀਵਿਟੀ ਹੈ ਇਸ ਵਰਗ ਲਈ ਉਹ ਵੀ ਘੱਟ ਹੈ। ਰਿਸੋਰਸਿਸ ਨਹੀਂ ਹੈ ਸਾਡੇ ਕੋਲ, ਉਹਨੇ ਸਰੋਤ ਨਹੀਂ ਹੈ ਤਾਂ ਟੀਚਿੰਗ ਏਡਸ ਹੈ ਜਿਸ ਨਾਲ ਅਸੀਂ ਨਾ ਬੁੱਕਸ ਹੀ ਹੈ। ਜੇ ਮੈਂ ਕਹਾਂ ਕਿ ਆਪਾਂ ਕਹਿੰਦੇ ਪ੍ਰਾਇਮਰੀ ਐਜੂਕੇਸ਼ਨ ਹੈਜ਼ ਟੂ ਬੀ ਗਿਵਨ ਇਨ ਪੰਜਾਬੀ ਜਾਂ ਸਾਇੰਸ ਐਜੂਕੇਸ਼ਨ ਪੰਜਾਬੀ 'ਚ ਦੋ, ਤਾਂ ਕੀ ਸਾਡੇ ਕੋਲ ਸਾਇੰਸ ਦੇ ਵਿੱਚ ਜਾਂ ਮੈਥਸ ਦੀਆਂ ਬੁੱਕਸ ਹੈ ਪੰਜਾਬੀ ਵਿੱਚ? ਨਹੀਂ ਹੈ। ਸੋ ਰਿਸੋਰਸਿਸ ਦੀ ਵੀ ਘਾਟ ਹੋ ਗਈ ਰਾਈਟ। ਸੋ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਅਗੇਨ ਅਸੀਂ ਸੋਚਦੇ ਹਾਂ ਵੀ ਇਹਨਾਂ ਨੂੰ ਮੇਨ ਸਟਰੀਮ ਕੀਤਾ ਜਾਵੇ, ਇਨਸੈਂਟਿਵ ਸਪੈਸ਼ਲ ਦਿੱਤੇ ਜਾਂਦੇ ਨੇ 14 ਈਅਰਸ ਦੀ ਏਜ ਤੱਕ ਬੱਚਿਆਂ ਨੂੰ ਜਾਣ ਲਈ, ਸੇਮ ਜਿਵੇਂ ਦੂਜੇ ਬੱਚਿਆਂ ਲਈ ਹੈ। ਸਕੋਲਰਸ਼ਿਪਸ ਹੈ। ਮਾਈਕਰੋ ਪਲੈਨਿੰਗ ਕਰੋ, ਮਤਲਬ ਛੋਟੇ ਤੋਂ ਛੋਟੇ ਲੈਵਲ ਦੀ ਪਲੈਨਿੰਗ ਕਰੋ, ਛੋਟੇ ਛੋਟੇ ਸਟੈਪਸ ਲਈ ਪਲੈਨਿੰਗ ਕਰੋ ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਦੀ ਐਨਰੋਲਮੈਂਟ ਨੂੰ ਇਨਕਰੀਜ਼ ਕਰ ਸਕੀਏ ਅਤੇ ਇਨਸ਼ੋਰ ਕਰੀਏ ਕਿ ਉਹ ਕੋਰਸਿਸ ਨੂੰ ਕੰਪਲੀਟ ਕਰਨ ਰਾਈਟ। ਰੈਮੀਡੀਅਲ ਇੰਸਟਰਕਸ਼ਨਸ ਦੇਣਾ, ਰਿਕਰੂਟਮੈਂਟ ਕਰੋ ਟੀਚਰਸ ਫਰੋਮ ਸ਼ਡਿਊਲ ਕਾਸਟ। ਇਫ ਯੂ ਵਿਲ ਹੈਵ ਟੀਚਰਸ ਫਰੋਮ ਸ਼ਡਿਊਲ ਕਾਸਟ ਔਰ ਲਿੰਗੁਇਸਟਿਕ ਮਾਈਨੋਰਟੀਜ਼, ਉਹ ਸੈਂਸਿਟਿਵ ਹੋਣਗੇ ਆਪਣੇ ਬੱਚਿਆਂ ਲਈ। ਹੌਸਟਲ ਫੈਸਿਲਿਟੀਜ਼ ਦਿਓ, ਜਿਹੜੇ ਬੱਚੇ ਦੂਰ ਰਹਿੰਦੇ ਨੇ ਦੇ ਕੈਨ ਨਾਟ ਮੂਵ ਸੋ ਮਚ ਉਹਨਾਂ ਲਈ। ਸਕੂਲ ਬਿਲਡਿੰਗ ਹੈ ਜਿਹੜੀ ਅਡਲਟ ਐਜੂਕੇਸ਼ਨ ਸੈਂਟਰਸ ਹੈ ਉਹਨਾਂ ਨੂੰ ਰੂਰਲ ਏਰੀਆਜ਼ ਵਿੱਚ ਸਥਾਪਿਤ ਕੀਤਾ ਜਾਵੇ। ਸੋ ਟੂ ਹੈਲਪ ਪੀਪਲ ਜਿਹੜੇ ਮਾਰਜਨਲਾਈਜ਼ ਨੇ ਜਾਂ ਜਿਓਗ੍ਰਾਫਿਕਲੀ ਮੁਸ਼ਕਿਲ ਇਲਾਕਿਆਂ ਵਿੱਚ ਰਹਿੰਦੇ ਨੇ। ਟਰਾਈਬਲ ਏਰੀਆਜ਼ ਵਿੱਚ ਸਕੂਲ ਖੋਲ੍ਹੇ ਜਾਣੇ ਚਾਹੀਦੇ ਨੇ। ਕਰੀਕੂਲਮ ਰੀਜਨਲ ਲੈਂਗੁਏਜ ਵਿੱਚ ਤਿਆਰ ਕੀਤੇ ਜਾਣੇ ਚਾਹੀਦੇ ਨੇ। ਜਿਹੜੀ ਕਿਸੇ ਵੀ ਦੇਸ਼ ਦੀ ਸੱਭਿਆਚਾਰਕ ਪਹਿਚਾਣ ਹੈ ਟਰਾਈਬਲ ਪੀਪਲ ਦੀ ਖਾਸ ਕਰਕੇ, ਉਹਨੂੰ ਕਰੀਕੂਲਮ ਦੇ ਵਿੱਚ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਨਾ ਚਾਹੀਦਾ ਆਪਾਂ ਨੂੰ ਰਾਈਟ। ਟ੍ਰੇਨਿੰਗ ਦੇਣੀ ਚਾਹੀਦੀ ਹੈ। ਰੈਜ਼ੀਡੈਂਸ਼ੀਅਲ ਸਕੂਲਸ ਹੈ ਜਿਹੜੇ ਉਹ ਪ੍ਰਾਇਓਰਟੀ ਬੇਸਿਸ 'ਤੇ ਖੋਲ੍ਹੇ ਜਾਣ। ਸਕੋਲਰਸ਼ਿਪਸ ਦਿਓ, ਰੈਮੀਡੀਅਲ ਪ੍ਰੋਗਰਾਮਸ ਦਿਓ ਤਾਂ ਜੋ ਆਪਾਂ ਸੋਸ਼ਲੀ ਇਹਨਾਂ ਬੱਚਿਆਂ ਨੂੰ ਕਾਉਂਸਲ ਕਰ ਸਕੀਏ ਰਾਈਟ। So this is all about the education of socially disadvantaged people. Thank you.